ਪ੍ਰੈਸ ਸਾਹਿਬ, ਇਹ ਮੈਨੀਫੈਸਟੋ ਦਾ ਕਾਂਗਰਸ ਦਾ ਹੈ ਚੋਣ ਮਨੌਰਥ ਪੱਤਰ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜਿਹੜੀ ਮੇਨ ਰੂਲਿੰਗ ਪਾਰਟੀ ਹੈ ਉਹਦਾ ਸਾਰੇ ਦਾ ਸਾਰਾ ਦਾਰੋਮਦਾਰ ਸਾਨੂੰ ਪਤਾ ਕਿ ਪੋਲਰਾਈਜੇਸ਼ਨ ਤੇ ਹੈ। ਔਰ ਪੋਲਰਾਈਜੇਸ਼ਨ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਇੱਕ ਜਿਹੜਾ ਮੈਜੋਰਿਟੀ ਕਮਿਊਨਿਟੀ ਨੂੰ ਕੰਸੋਲੀਡੇਟ ਕਰ ਰਹੇ ਮਾਈਨੋਰਿਟੀ ਦਾ ਡਰ ਦੇ ਕੇ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਵੀਜ਼ਨ ਹੋਵੇ ਕਾਸਟ ਦੇ ਆਧਾਰ ਤੇ। ਔਰ ਇਹਦੇ ਵਿੱਚ ਮੈਨੂੰ ਕੋਈ ਸੈਸੈਸ਼ਨਿਜ਼ਮ ਵਾਲੀ ਗੱਲ ਨਹੀਂ ਲੱਗਦੀ, ਜਿਸ ਤਰ੍ਹਾਂ ਬੀਜੇਪੀ ਕਹਿ ਰਹੀ ਹੈ, ਰੂਲਿੰਗ ਪਾਰਟੀ ਕਹਿ ਰਹੀ ਹੈ ਕਿ ਤਾਂ ਮੁਸਲਿਮ ਲੀਗ ਵਾਲੀ ਝਲਕ ਮਿਲਦੀ ਹੈ। ਇਹ ਸਿਰਫ ਇੱਕ ਹਊਆ ਖੜਾ ਕਰਨ ਵਾਲੀ ਗੱਲ ਹੈ। ਇਹ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਗਈਆਂ, ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਇਹ ਸਾਰੀਆਂ ਗਰੰਟੀਆਂ ਦਿੰਦੀਆਂ ਰਹਿੰਦੀਆਂ। ਮੈਂ ਤਾਂ ਇਹ ਸੋਚਦਾ ਸੀ ਕਿ ਕੁਝ ਹੋਰ ਵੀ ਗੱਲਾਂ ਕਰਨੀਆਂ ਚਾਹੀਦੀਆਂ ਸੀ, ਜਿਵੇਂ ਮਾਈਨੋਰਿਟੀਜ਼ ਦੀ ਗੱਲ ਵੀ ਕਰਨੀ ਚਾਹੀਦੀ ਸੀ, ਇਲੈਕਟੋਰਲ ਸਿਸਟਮ ਦੀ ਫੇਅਰਨੈਸ ਦੀ ਗੱਲ ਕਰਨੀ ਚਾਹੀਦੀ ਸੀ, ਐਂਡ ਕਰਪਸ਼ਨ ਦੇ ਖਿਲਾਫ ਗੱਲ ਕਰਨੀ ਚਾਹੀਦੀ ਸੀ, ਫੰਡਾਮੈਂਟਲ ਰਾਈਟਸ ਦੀ ਲਾਰਜ ਸਕੇਲ ਤੇ ਜੋ ਵਾਇਲੇਸ਼ਨ ਹੋਈ ਹੈ ਇਸ ਰੂਲਿੰਗ ਪਾਰਟੀ ਦੇ ਟਾਈਮ ਉਹਦੀ ਗੱਲ ਕਰਨੀ ਚਾਹੀਦੀ ਸੀ, ਔਰ ਏਜੰਸੀਆਂ ਦੀ ਪੋਲਿਟਿਸਾਈਜੇਸ਼ਨ ਦੀ ਗੱਲ ਕਰਨੀ ਚਾਹੀਦੀ ਸੀ। ਇਹਦਾ ਜਾ ਕੇ ਅੱਗੇ ਲੋਕ ਸਭਾ ਚੋਣ ਦੇ ਵਿੱਚ ਪ੍ਰਭਾਵ ਕੀ ਪੈਣ ਵਾਲਾ ਹੈ? ਹਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਹੈ ਇਲੈਕਸ਼ਨ ਦੇ ਟਾਈਮ ਬਹੁਤ ਪ੍ਰੋਮਿਸਿਸ ਕਰਦੀ ਹੈ। ਉਹਨਾਂ ਪ੍ਰੋਮਿਸਿਸ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਾਰਟੀਆਂ ਖਰੀਆਂ ਨਹੀਂ ਉਤਰਦੀਆਂ। ਇਸ ਕਰਕੇ ਕਹਿਣਾ ਅਲੱਗ ਚੀਜ਼ ਹੈ, ਉਹਨੂੰ ਕਰਨਾ ਅਲੱਗ ਚੀਜ਼ ਹੈ। ਨੈਸ਼ਨਲ ਪਾਰਟੀ ਹੈ ਕਾਂਗਰਸ, ਤੇ ਉਹਨੇ ਨੈਸ਼ਨਲ ਲੈਵਲ ਦੀਆਂ ਗੱਲਾਂ ਕੀਤੀਆਂ, ਹਜੇ ਸਟੇਟਾਂ ਨੂੰ ਇੰਡੀਵਿਜੂਅਲੀ ਟਾਰਗੇਟ ਕਰਨ ਦੀ ਜ਼ਰੂਰਤ ਹੈ। ਗੱਲ ਮੈਂ ਜਿਹੜੀ ਸਮਝ ਰਿਹਾ ਸੀ ਇਸ ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ ਉਹਨਾਂ ਮੁੱਦਿਆਂ ਨੂੰ ਐਡਰੈਸ ਕੀਤਾ ਗਿਆ ਜਿਹੜੇ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੂੰ ਲਗਾਤਾਰ ਸਮਾਜ ਦੇ ਵਿੱਚੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਇੱਕ ਗੈਪ ਸੀ। ਨੈਚੁਰਲੀ ਜਦ ਆਪੋਜੀਸ਼ਨ ਪਾਰਟੀ, ਜਦ ਇੱਕ ਬਰਾਬਰ ਖੜੀ ਪਾਰਟੀ ਦੂਸਰੀ ਅਸ਼ੋਰ ਕਰ ਰਹੀ ਹੈ ਕਿ ਹਾਂ ਅਸੀਂ ਕਰਾਂਗੇ, ਦੂਸਰੇ ਤਾਂ ਕਹਿੰਦੇ ਨਹੀਂ ਕਿ ਅਸੀਂ ਕਰਾਂਗੇ, ਇਹਦੀ ਬਹੁਤ ਬੜੀ ਅਹਿਮੀਅਤ ਹੋ ਜਾਂਦੀ ਹੈ। ਸਵਾਗਤ ਹੈ ਤੁਹਾਡਾ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਮਦਨਦੀਪ ਔਰ ਸਟ੍ਰੇਟ ਟਾਕ ਮੇਰਾ ਵੀਕਲੀ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ, ਔਰ ਇਹਦੇ ਵਿੱਚ ਮੈਂ ਬਹੁਤ ਖਾਸ ਮੁੱਦੇ ਉੱਤੇ ਗੱਲਬਾਤ ਕਰਦਾ ਹਾਂ। ਅੱਜ ਗੱਲ ਕਰਨੀ ਹੈ ਚੋਣ ਮੈਨੀਫੈਸਟੋ ਜਿਹੜਾ ਕਿ ਕਾਂਗਰਸ ਨੇ ਜਾਰੀ ਕੀਤਾ, ਔਰ ਇਹਦੇ ਵਿੱਚ ਕੀ ਖਾਸ ਹੈ ਔਰ ਲੋਕ ਸਭਾ ਚੋਣਾਂ ਨੂੰ ਜਾ ਕੇ ਕਿੰਨਾ ਕੁ ਇਹ ਪ੍ਰਭਾਵਿਤ ਕਰੇਗਾ। ਇਹਦੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਬੜੇ ਉੱਘੇ ਰਾਜਨੀਤਿਕ ਵਿਦਵਾਨ ਨੇ, ਡਾਕਟਰ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜੀ। ਆਓ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਪ੍ਰੈਸ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰੈਸ ਸਾਹਿਬ। ਪ੍ਰੈਸ ਸਾਹਿਬ, ਇਹ ਮੈਨੀਫੈਸਟੋ ਦਾ ਕਾਂਗਰਸ ਦਾ ਹੈ ਚੋਣ ਮਨੌਰਥ ਪੱਤਰ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਇਹ ਜਿਹੜਾ ਚੋਣ ਮਨੋਰਥ ਪੱਤਰ ਕੱਲ ਜਾਰੀ ਕੀਤਾ ਗਿਆ ਹੈ ਜੀ, ਇਹਨੂੰ ਨਿਆਏ ਪੱਤਰ ਦਾ ਨਾਮ ਦਿੱਤਾ ਗਿਆ ਹੈ। ਇਹਦੇ ਵਿੱਚ 5 ਪਿਲਰਸ ਦੀ ਗੱਲ ਕੀਤੀ ਗਈ ਹੈ, ਜਿਹਦੇ ਆਲੇ ਦੁਆਲੇ ਸਾਰਾ ਨਿਆਏ ਪੱਤਰ ਘੁੰਮਦਾ ਹੈ। ਉਹ 5 ਪਿਲਰਸ ਹੈਗੇ ਜਿਹੜੀਆਂ ਬ੍ਰੌਡ ਮੇਨ ਕਨਸਟੀਟੂਐਂਸੀਜ਼ ਹੈਗੀਆਂ ਸਾਡੇ ਵੋਟਰਸ ਦਾ, ਉਹਨਾਂ ਨੂੰ ਟਾਰਗੇਟ ਕਰਦਾ ਹੈ। ਉਹਦੇ ਵਿੱਚ ਯੂਥ ਆ ਜਾਂਦਾ ਹੈ, ਵਿਮਨ ਆ ਜਾਂਦੀਆਂ ਹੈਗੀਆਂ, ਫਾਰਮਰਸ, ਵਰਕਰਸ, ਐਂਡ ਦੈਨ ਇਕੁਇਟੀ ਦੀ ਗੱਲ ਕੀਤੀ ਗਈ ਹੈ, ਪਾਰਟਨਰਸ਼ਿਪ ਦੀ, ਕਿ ਜਿਹੜੀਆਂ ਦਬੇ ਕੁਚਲੇ ਲੋਕ ਹੈਗੇ ਜਾਂ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਇਨਵੋਲਵ ਕਰਨ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਗੱਲ ਕੀਤੀ ਗਈ ਹੈ। ਇਹ ਇੱਕ ਬਹੁਤ ਬੈਲੈਂਸਡ ਜਿਹਾ ਹੈ ਸਾਰਾ, ਜਿਵੇਂ ਤੁਸੀਂ ਪਹਿਲੇ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੈ, ਕਿਉਂਕਿ ਇਹਦੇ ਉਲਟ ਜਿਹੜੀ ਪੋਲੀਟੀਕਲ ਪਾਰਟੀ ਹੈ, ਮੇਨ 2 ਹੀ ਧਿਰਾਂ ਹੈਗੀਆਂ ਨੈਸ਼ਨਲ ਲੈਵਲ ਤੇ, ਬਾਕੀ ਤਾਂ ਕੈਟਾਲਿਸਟ ਦਾ ਰੋਲ ਪਲੇ ਕਰਨਾ ਹੈ। ਇੱਕ ਜਿਹੜੀ ਮੇਨ ਰੂਲਿੰਗ ਪਾਰਟੀ ਹੈ ਉਹਦਾ ਸਾਰੇ ਦਾ ਸਾਰਾ ਦਾਰੋਮਦਾਰ ਸਾਨੂੰ ਪਤਾ ਕਿ ਪੋਲਰਾਈਜੇਸ਼ਨ ਤੇ ਹੈ, ਔਰ ਪੋਲਰਾਈਜੇਸ਼ਨ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਇੱਕ ਜਿਹੜਾ ਮੈਜੋਰਿਟੀ ਕਮਿਊਨਿਟੀ ਨੂੰ ਕੰਸੋਲੀਡੇਟ ਕਰ ਰਹੇ ਮਾਈਨੋਰਿਟੀ ਦਾ ਡਰ ਦੇ ਕੇ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਵੀਜ਼ਨ ਹੋਵੇ ਕਾਸਟ ਦੇ ਆਧਾਰ ਤੇ ਜਾਂ ਹੋਰ ਕਿਸੇ ਸੋਸ਼ਲ ਬੇਸਿਸ ਤੇ ਉਹਦੇ ਵਿੱਚ ਡਿਵੀਜ਼ਨ ਆਵੇ, ਕੋਈ ਉਹਨੂੰ ਅਟਰੈਕਟ ਕਰ ਸਕੇ। ਇਸ ਕਰਕੇ ਇਹ ਜੋ ਬੀਜੇਪੀ ਦਾ ਡਰ ਹੈ ਉਹ
ਉਸ ਤਰ੍ਹਾਂ ਦਾ ਹੈ ਕਿ ਤਾਂ ਕਿ ਜਿਹੜਾ ਹੈ ਵੋਟ ਬੈਂਕ ਜੋ ਉਹਨਾਂ ਨੇ ਪੋਲਰਾਈਜ਼ ਕੀਤਾ, ਕੰਸੋਲੀਡੇਟ ਕੀਤਾ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਡੈਂਟ ਨਾ ਪਵੇ। ਇਹਦੇ ਵਿੱਚ 5 ਪਿਲਰਸ ਦੇ ਨਾਲ ਨਾਲ ਬਹੁਤ ਸਾਰੀਆਂ 25 ਗਰੰਟੀਜ਼ ਦੀ ਵੀ ਗੱਲ ਕੀਤੀ ਗਈ ਹੈ, ਜਿਹੜੀਆਂ ਬੜੀਆਂ ਇੰਪੋਰਟੈਂਟ ਹੈਗੀਆਂ। ਔਰ ਇਹਦੇ ਵਿੱਚ ਮੈਨੂੰ ਕੋਈ ਸੈਸੈਸ਼ਨਿਜ਼ਮ ਵਾਲੀ ਗੱਲ ਨਹੀਂ ਲੱਗਦੀ, ਜਿਸ ਤਰ੍ਹਾਂ ਬੀਜੇਪੀ ਕਹਿ ਰਹੀ ਹੈ, ਰੂਲਿੰਗ ਪਾਰਟੀ ਕਹਿ ਰਹੀ ਹੈ ਕਿ ਇਹ ਤਾਂ ਮੁਸਲਿਮ ਲੀਗ ਵਾਲੀ ਝਲਕ ਮਿਲਦੀ ਹੈ। ਮੁਸਲਿਮ ਲੀਗ ਤਾਂ ਸਿੱਧੀ ਸਿੱਧੀ ਪਾਰਟੀਸ਼ਨ ਆਫ ਕੰਟਰੀ ਦੀ ਗੱਲ ਕਰਦੀ ਸੀ, 2 ਨੇਸ਼ਨ ਥਿਊਰੀ ਦੀ ਗੱਲ ਕਰਦੀ ਸੀ। ਲੇਕਿਨ ਸਾਡਾ ਜੋ ਸੰਵਿਧਾਨ ਹੈ, ਸਾਡਾ ਜੋ ਪੋਲੀਟੀਕਲ ਸਿਸਟਮ ਹੈ, ਉਹ ਸੈਕੂਲਰਿਜ਼ਮ ਤੇ ਖੜਾ, ਧਰਮ ਨਿਰਪੱਖ ਰਾਜ ਤੇ ਖੜਾ। ਔਰ ਇਹ ਜੋ ਮੈਨੀਫੈਸਟੋ ਹੈ ਪੂਰੀ ਤਰ੍ਹਾਂ ਉਹਦੀ ਨੁਮਾਇੰਦਗੀ ਕਰਦਾ, ਉਹਦੇ ਦਾਇਰੇ ਦੇ ਵਿੱਚ ਹੈ, ਥੋੜਾ ਜਿਹਾ ਵੀ ਕਿਧਰੇ ਡੈਵੀਏਟ ਨਹੀਂ ਕਰਦਾ। ਇਸ ਕਰਕੇ ਇਹਨੂੰ ਇਸ ਤਰ੍ਹਾਂ ਦਾ ਇੰਟਰਪ੍ਰੈਟ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ, ਕੋਈ ਇਹ ਸਿਰਫ ਇੱਕ ਹਊਆ ਖੜਾ ਕਰਨ ਵਾਲੀ ਗੱਲ ਹੈ। ਇਹ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਗਈਆਂ, ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਇਹ ਸਾਰੀਆਂ ਗਰੰਟੀਆਂ ਦਿੰਦੀਆਂ ਰਹਿੰਦੀਆਂ। ਔਰ ਬੀਜੇਪੀ ਦੇ ਨਾਲ ਵੀ ਕਈ ਪਾਰਟਨਰ ਐਸੇ ਹੈਗੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹੈਗੇ ਤੇ ਕਰ ਰਹੇ ਹੈਗੇ ਜੀ। ਜਿਵੇਂ ਫਾਰ ਐਗਜ਼ਾਮਪਲ ਅਸੀਂ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਉਹਨਾਂ ਦੀ ਗੱਲ ਕਰੀਏ, ਜੇਡੀਯੂ ਦੀ, ਉਹਨਾਂ ਨੇ ਕਾਸਟ ਸੈਂਸਸ ਦੇ ਵਿੱਚ ਪਹਿਲਾਂ ਹੀ ਕਾਸਟ ਸੈਂਸਸ ਜਿਹੜਾ ਹੈ ਉਹ ਆਰਡਰ ਕੀਤਾ। ਬਿਹਾਰ ਦੇ ਵਿੱਚ ਕਾਸਟ ਸੈਂਸਸ ਜਿਹੜਾ ਨਿਤੀਸ਼ ਕੁਮਾਰ ਦੀ ਸਰਕਾਰ ਦੇ ਟਾਈਮ ਹੋਇਆ, ਤੇ ਹੁਣ ਨਿਤੀਸ਼ ਕੁਮਾਰ ਜਿਹੜੇ ਹੈਗੇ ਉਹ ਬੀਜੇਪੀ ਦੇ ਨਾਲ ਲੱਗੇ ਹੋਏ। ਤਾਂ ਇਸ ਤਰ੍ਹਾਂ ਕਹਿ ਦੇਣਾ ਕਿ ਜੇ ਤਾਂ ਉਹਨਾਂ ਦਾ ਕੋਈ ਪਾਰਟਨਰ ਜਾਂ ਉਹਨਾਂ ਦਾ ਕੋਈ ਜਿਹੜਾ ਲੀਡਰ ਹੈ ਐਸੀ ਗੱਲ ਕਰਦਾ, ਉਹ ਤਾਂ ਐਂਟੀ ਨੈਸ਼ਨਲ ਨਹੀਂ ਹੈ। ਜੇ ਕੋਈ ਦੂਸਰਾ ਕਰਦਾ ਤਾਂ ਉਹਦੇ ਤੇ ਐਂਟੀ ਨੈਸ਼ਨਲ ਲੈਵਲ ਦਾ ਠੱਪਾ ਲੱਗ ਜਾਂਦਾ ਹੈ। ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਜਿਹੜਾ ਕਲੀਅਰ ਕੱਟ 5 ਜਿਹੜੇ ਹੈਗੇ ਸੈਕਸ਼ਨਸ ਜਾਂ ਪਿਲਰਸ ਆਫ ਜਸਟਿਸ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਬਲਕਿ ਮੈਂ ਤਾਂ ਇਹ ਸੋਚਦਾ ਸੀ ਕਿ ਕੁਝ ਹੋਰ ਵੀ ਗੱਲਾਂ ਕਰਨੀਆਂ ਚਾਹੀਦੀਆਂ ਸੀ, ਜਿਵੇਂ ਮਾਈਨੋਰਿਟੀਜ਼ ਦੀ ਗੱਲ ਵੀ ਕਰਨੀ ਚਾਹੀਦੀ ਸੀ, ਇਲੈਕਟੋਰਲ ਸਿਸਟਮ ਦੀ ਫੇਅਰਨੈਸ ਦੀ ਗੱਲ ਕਰਨੀ ਚਾਹੀਦੀ ਸੀ, ਐਂਡ ਕਰਪਸ਼ਨ ਦੇ ਖਿਲਾਫ ਗੱਲ ਕਰਨੀ ਚਾਹੀਦੀ ਸੀ, ਫੰਡਾਮੈਂਟਲ ਰਾਈਟਸ ਦੀ ਲਾਰਜ ਸਕੇਲ ਤੇ ਜੋ ਵਾਇਲੇਸ਼ਨ ਹੋਈ ਹੈ ਇਸ ਰੂਲਿੰਗ ਪਾਰਟੀ ਦੇ ਟਾਈਮ, ਉਹਦੀ ਗੱਲ ਕਰਨੀ ਚਾਹੀਦੀ ਸੀ, ਔਰ ਏਜੰਸੀਆਂ ਦੀ ਪੋਲਿਟਿਸਾਈਜੇਸ਼ਨ ਦੀ ਗੱਲ ਕਰਨੀ ਚਾਹੀਦੀ ਸੀ। ਇਹ ਗੱਲਾਂ ਵੀ ਵਿੱਚ ਬਲਕਿ ਐਡ ਕਰ ਦੇਣੀਆਂ ਚਾਹੀਦੀਆਂ ਸੀ। ਪਰ ਫਿਰ ਵੀ ਜਿਹੜਾ ਇਹ ਮੌਜੂਦਾ ਜਿਹੜਾ ਜਾਰੀ ਕੀਤਾ ਗਿਆ ਚੋਣ ਮਨੋਰਥ ਪੱਤਰ ਕਾਂਗਰਸ ਵੱਲੋਂ, ਇਹਦਾ ਜਾ ਕੇ ਅੱਗੇ ਲੋਕ ਸਭਾ ਚੋਣ ਦੇ ਵਿੱਚ ਪ੍ਰਭਾਵ ਕੀ ਪੈਣ ਵਾਲਾ ਆ? ਦੇਖੋ, ਮਨੋਰਥ ਪੱਤਰ ਦਾ ਵੈਸੇ ਤਾਂ ਪੋਲੀਟੀਕਲ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਸਟਰੋਂਗ ਹੈ ਹੀ ਨਹੀਂ। ਹਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਹੈ ਇਲੈਕਸ਼ਨ ਦੇ ਟਾਈਮ ਬਹੁਤ ਪ੍ਰੋਮਿਸਿਸ ਕਰਦੀ ਹੈ। ਉਹਨਾਂ ਪ੍ਰੋਮਿਸਿਸ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਾਰਟੀਆਂ ਖਰੀਆਂ ਨਹੀਂ ਉਤਰਦੀਆਂ। ਇਸ ਕਰਕੇ ਕਹਿਣਾ ਅਲੱਗ ਚੀਜ਼ ਹੈ, ਉਹਨੂੰ ਕਰਨਾ ਅਲੱਗ ਚੀਜ਼ ਹੈ। ਪਰ ਇਸ ਮਾਹੌਲ ਦੇ ਵਿੱਚ ਇੱਕ ਕਹਿਣਾ ਹੀ ਇਹ ਗੱਲਾਂ ਉਹ ਬੜੀਆਂ ਅਹਿਮੀਅਤ ਰੱਖਦੀਆਂ ਹਨ। ਪਹਿਲਾਂ ਵੀ ਅਸੀਂ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ, 2017 ਦੇ ਵਿੱਚ ਸਾਡੇ ਕਾਂਗਰਸ ਪਾਰਟੀ ਰੂਲਿੰਗ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਿੱਚ ਆਈ ਸੀ, ਔਰ ਉਸ ਟਾਈਮ ਉਹਨਾਂ ਨੇ ਅਨੇਕਾਂ ਵਾਅਦੇ ਕੀਤੇ, ਜਿਵੇਂ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ, ਨਸ਼ੇ ਖਤਮ ਕਰਾਂਗੇ, ਇੰਪਲਾਇਮੈਂਟ ਜਨਰੇਸ਼ਨ ਕਰਾਂਗੇ, ਅਨੇਕਾਂ ਤਰ੍ਹਾਂ ਦੇ ਵਾਅਦੇ ਕੀਤੇ ਸੀ। ਲੇਕਿਨ ਉਹ ਵਾਅਦੇ ਕਦੇ ਵੀ ਵਫਾ ਨਹੀਂ ਕੀਤੇ। ਕਿਸੇ ਵੀ ਪੋਲੀਟੀਕਲ ਪਾਰਟੀ ਦੀ ਗੱਲ ਕਰ ਲਈਏ, ਚਾਹੇ ਬੀਜੇਪੀ ਵਾਅਦੇ ਕਰਦੀ ਹੈ ਜਿਵੇਂ 15 ਲੱਖ ਹਰ ਇੱਕ ਦੇ ਅਕਾਊਂਟ 'ਚ ਆਏਗਾ, ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਲਾਰਜ ਸਕੇਲ ਤੇ ਇੰਪਲਾਇਮੈਂਟ ਦਿੱਤੀ ਜਾਏਗੀ, ਉਹਦੇ ਉਲਟ ਬਲਕਿ ਗੱਲਾਂ ਹੋ ਰਹੀਆਂ, ਅਨਇੰਪਲਾਇਮੈਂਟ ਵੱਧ ਰਹੀ ਹੈ, ਗਰੀਬੀ ਵੱਧ ਰਹੀ ਹੈ। ਇਹ ਸਾਰੀਆਂ ਗੱਲਾਂ ਮੈਨੀਫੈਸਟੋ ਦੇ ਆਧਾਰ ਤੇ ਮੈਨੂੰ ਲੱਗਦਾ ਹੈ ਕੋਈ ਬਹੁਤ ਜ਼ਿਆਦਾ ਜਿਹੜਾ ਹੈਗਾ ਪਰਸੈਪਸ਼ਨ ਨਹੀਂ ਬਣਦੀ ਲੋਕਾਂ ਦੀ। ਫੈਕਟਰ ਤਾਂ ਹੋਰ ਹੀ ਹੁੰਦੇ ਹੈਗੇ ਜਿਨ੍ਹਾਂ ਦੇ ਆਧਾਰ ਤੇ ਹੁੰਦਾ, ਲੇਕਿਨ ਫਿਰ ਵੀ ਮੈਨੀਫੈਸਟੋ ਦੀ ਇੰਪੋਰਟੈਂਸ ਨੂੰ ਅਸੀਂ ਇੰਨਾ ਬਹੁਤ ਲਾਈਟਲੀ ਵੀ ਨਹੀਂ ਲੈ ਸਕਦੇ। ਬਹੁਤ ਸਾਰੀਆਂ ਗੱਲਾਂ ਜਦ ਪੋਲੀਟੀਕਲ ਪਾਰਟੀ ਕਰਦੀ ਹੈ ਤਾਂ ਘੱਟੋ ਘੱਟ ਉਸ ਤੇ ਕੁਝ ਗੱਲਾਂ ਤੇ ਤਾਂ ਬਾਉਂਡ ਹੋ ਜਾਂਦੀ ਹੈ। ਹਾਂਜੀ, ਜਿਸ ਪਰ ਤਰ੍ਹਾਂ ਇਹਦੇ ਮੈਂ ਵਿੱਚ ਇੱਕ ਗੱਲ ਮੈਂ ਕਹਿਣੀ ਚਾਹਣਾ, ਉਸ ਤੋਂ ਬਾਅਦ ਮੈਂ ਤੁਹਾਡੀ, ਪਰ ਤੁਸੀਂ ਇਹ ਗੱਲ ਕੰਪਲੀਟ ਕਰ ਲਓ ਪਹਿਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਮੈਂ ਮਾਫੀ ਚਾਹੂੰਗਾ। ਜੀ, ਹੁਣ ਜਿਸ ਤਰ੍ਹਾਂ
ਮੈਂ ਤੁਹਾਨੂੰ ਆਪਾਂ ਗੱਲ ਕਰਦੇ ਹਾਂ ਕਾਸਟ ਸੈਂਸਸ ਦੀ ਜੀ ਕਿ ਉਹਨਾਂ ਨੇ ਇਹ ਗੱਲ ਕੀਤੀ ਹੈ ਕਾਸਟ ਸੈਂਸਸ ਕਰਾਂਗੇ। ਆਲਰੇਡੀ ਪ੍ਰੋਸੈਸ ਤੁਰਿਆ ਹੋਇਆ, ਬਿਹਾਰ ਦੇ ਵਿੱਚ ਹੋਇਆ, ਹੂੰ ਬਾਕੀ ਸਟੇਟਾਂ ਦੇ ਵਿੱਚ ਕਾਂਗਰਸ ਪਹਿਲਾਂ ਹੀ ਇਸ ਸਟੈਂਡ ਤੇ ਖੜੀ ਹੈ, ਉਹ ਕਰਨਗੇ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਸਕਦੀਆਂ ਹੈਗੀਆਂ। ਹੂੰ ਲੋਕਾਂ ਨੂੰ ਇਹ ਹੈ ਕਿ ਜਿਹੜੀ ਮੌਜੂਦਾ ਰੂਲਿੰਗ ਪਾਰਟੀ ਹੈ ਉਹਨੇ ਕਈ ਗੱਲਾਂ ਨਹੀਂ ਕਰਨੀਆਂ, ਪਰ ਦੂਸਰੀ ਪੋਲੀਟੀਕਲ ਪਾਰਟੀ ਕਰ ਸਕਦੀ ਹੈ। ਹੂੰ ਔਰ ਉਹਨਾਂ ਨੇ ਜਦ ਕਲੀਅਰਲੀ ਕਹਿਤਾ ਕਿ ਅਸੀਂ ਕਰਾਂਗੇ ਜੋ ਬੀਜੇਪੀ ਨੇ ਨਹੀਂ ਕੀਤਾ, ਹੂੰ ਤਾਂ ਕੁਛ ਨਾ ਕੁਛ ਤਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਪਏਗਾ। ਤੇ ਇਹ ਇੱਕ ਜਿਹੜਾ ਹੈਗਾ ਸੈਕਸ਼ਨ, ਕੁਝ ਸੈਕਸ਼ਨਸ ਹੈਗੇ ਹੂੰ ਉਹਨਾਂ ਤੇ ਤਾਂ ਪ੍ਰਭਾਵ ਪਾਏਗਾ ਮੈਨੀਫੈਸਟੋ ਡੈਫੀਨਿਟਲੀ। ਬਾਕੀ ਹੋਰ ਕਈ ਗੱਲਾਂ ਹੈਗੀਆਂ, ਅਲਾਈਅੰਸਸ ਤੇ ਡਿਪੈਂਡ ਕਰਦਾ ਹੈ, ਜਿਹੜੀ ਪਾਰਟੀਆਂ ਦੀ ਸਟ੍ਰੈਟਜੀ ਹੈ ਕਨਵੈਂਸਿੰਗ ਦੇ ਲੈਵਲ ਤੇ ਕਿੰਨੀ ਕੁ ਇੰਟੈਂਸਿਵ ਕੰਪੇਨਿੰਗ ਹੈ ਉਹਦੇ ਤੇ ਡਿਪੈਂਡ ਕਰੇਗਾ। ਲੀਡਰਸ਼ਿਪ ਕਿੰਨਾ ਕੁ ਓਫੈਂਸਿਵ ਹੋ ਕੇ ਕੰਮ ਕਰਦੀ ਹੈ, ਕਿੰਨਾ ਕੁ ਜੁਆਇੰਟਲੀ ਕੰਮ ਕਰਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਇਹ ਵੀ ਪ੍ਰੋਬਲਮ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਆਪਸੀ ਡਿਵੀਜ਼ਨ ਬਹੁਤ ਹੈ। ਕਿਸ ਤਰ੍ਹਾਂ ਉਹ ਇੱਕ ਯੂਨਾਈਟਿਡ ਫੇਸ ਆਪਣਾ ਲੋਕਾਂ ਦੇ ਸਾਹਮਣੇ ਰੱਖਦੇ ਹੈਗੇ, ਅਲਾਈਅੰਸ ਕਿੰਨੇ ਕੁ ਇੰਟੈਕਟ ਰਹਿੰਦੇ ਹੈਗੇ, ਕੈਂਡੀਡੇਟ ਕਿੰਨੇ ਕੁ ਸ਼ਿੱਦਤ ਨਾਲ ਕੰਮ ਕਰਦੇ, ਕੰਪੇਨਿੰਗ ਦਾ ਲੈਵਲ ਕੀ ਹੈ, ਇਹ ਸਾਰੀਆਂ ਗੱਲਾਂ ਤੇ ਡਿਪੈਂਡ ਕਰਦਾ ਆਊਟਕਮ ਇਲੈਕਸ਼ਨ ਦਾ। ਲੇਕਿਨ ਮੈਨੀਫੈਸਟੋ ਵੀ ਉਹਦੇ ਵਿੱਚ ਇੱਕ ਇੰਪੋਰਟੈਂਟ ਹੈ। ਪਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਨੈਸ਼ਨਲ ਪਾਰਟੀ ਹੈ ਕਾਂਗਰਸ, ਤੇ ਉਹਨੇ ਨੈਸ਼ਨਲ ਲੈਵਲ ਦੀਆਂ ਗੱਲਾਂ ਕੀਤੀਆਂ। ਹਜੇ ਸਟੇਟਾਂ ਨੂੰ ਇੰਡੀਵਿਜੂਅਲੀ ਟਾਰਗੇਟ ਕਰਨ ਦੀ ਜ਼ਰੂਰਤ ਹੈ। ਸ਼ਾਇਦ ਉਹਨਾਂ ਦੇ ਕੋਈ ਅਲੱਗ ਛੋਟੇ-ਮੋਟੇ ਪ੍ਰੋਗਰਾਮ ਹੋਣ, ਜਿਵੇਂ ਪੰਜਾਬ ਦੀਆਂ ਅਲੱਗ ਰਿਕੁਆਇਰਮੈਂਟਸ ਹੈਗੀਆਂ, ਇੱਥੇ ਦੇ ਅਲੱਗ ਇਸ਼ੂਜ਼ ਹੈਗੇ, ਉਹਨਾਂ ਨੂੰ ਅਲੱਗ ਤੌਰ ਤੇ ਐਡਰੈਸ ਕਰਨਾ ਪਏਗਾ। ਹਰ ਇੱਕ ਸਟੇਟ ਦੇ ਆਪਣੇ ਆਪਣੇ ਇਸ਼ੂਜ਼ ਹੈਗੇ, ਉਹਨਾਂ ਨੂੰ ਅਲੱਗ ਤੌਰ ਤੇ ਐਡਰੈਸ ਕਰਨਾ ਪਏਗਾ, ਤਾਂ ਹੀ ਕੋਈ ਪਲੇਸ ਬਣ ਪਾਉਂਦੀ ਹੈ। ਪਰ ਇੱਕ ਗੱਲ ਮੈਂ ਜਿਹੜੀ ਸਮਝ ਰਿਹਾ ਸੀ ਇਸ ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ, ਉਹਨਾਂ ਮੁੱਦਿਆਂ ਨੂੰ ਐਡਰੈਸ ਕੀਤਾ ਗਿਆ ਜਿਹੜੇ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੂੰ ਲਗਾਤਾਰ ਸਮਾਜ ਦੇ ਵਿੱਚੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਆ। ਮਿਸਾਲ ਦੇ ਤੌਰ ਤੇ ਕਿਸਾਨਾਂ ਦੇ ਮੁੱਦੇ ਨੇ, ਜਿਹੜੀ ਕਿ MSP ਦੀ ਕਾਨੂੰਨੀ ਗਰੰਟੀ ਦਾ ਮਾਮਲਾ ਹੈ, ਮੋਦੀ ਸਾਹਿਬ ਨਹੀਂ ਦੇ ਰਹੇ। ਦੂਸਰਾ ਮਾਮਲਾ ਜਿਹੜਾ ਹੈਗਾ VVPAT EVM ਦੇ ਨਾਲ ਮਿਲਾਨ ਦਾ ਮਾਮਲਾ ਹੈ, ਇਹ ਕਾਫੀ ਅੱਜ ਕੱਲ੍ਹ ਉਬਾਲੇ ਖਾ ਰਿਹਾ ਮਾਮਲਾ ਹੈ। ਇਹਨੂੰ ਬੀਜੇਪੀ ਐਡਰੈਸ ਨਹੀਂ ਕਰ ਰਹੀ, ਲੇਕਿਨ ਕਾਂਗਰਸ ਨੇ ਕੀਤਾ ਐਡਰੈਸ ਇਹਨੂੰ। ਔਰ ਜਿਹੜਾ ਇੱਕ ਨੌਕਰੀਆਂ ਦੀ ਤੁਸੀਂ ਗੱਲ ਕਰ ਰਹੇ ਸੀ, ਇੰਪਲਾਈਮੈਂਟ ਦੀ ਅਨਐਮਪਲਾਈਮੈਂਟ ਦੀ ਗੱਲ ਕਰ ਰਹੇ ਸੀ, ਯੂਥ ਨਾਲ ਐਡਰੈਸ ਦੀ ਗੱਲ ਕਰ ਰਹੇ ਸੀ, 30 ਲੱਖ ਨੌਕਰੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ, ਜਾਂ ਜਾਤੀ ਜਨਗਣਨਾ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਉਹਦੇ ਵਿੱਚ ਸਿਰਫ ਮੁਸਲਮਾਨ ਨੇ। ਉਹਦੇ ਵਿੱਚ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਕੇਂਦਰ ਦੀਆਂ ਨੀਤੀਆਂ ਬਣਦੀਆਂ ਨੇ, ਉਹਦਾ ਇਹ ਨਹੀਂ ਪਤਾ ਲੱਗਦਾ ਕਿ ਅਸਲ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਗਿਣਤੀ ਕਿੰਨੀ ਹੈ। ਅਤੇ ਜੇ ਇਹ ਨਿਤੀਸ਼ ਕੁਮਾਰ ਨੇ ਪਹਿਲ ਕੀਤੀ ਹੈ, ਇਹ ਵੀ ਪਹਿਲ ਉਦੋਂ ਕੀਤੀ ਗਈ ਜਦੋਂ ਇੰਡੀਆ ਦਾ ਏਜੰਡਾ ਨਿਤੀਸ਼ ਕੁਮਾਰ ਫੋਲੋ ਕਰ ਰਹੇ ਸੀ ਕਿ ਅਸੀਂ ਇੰਡੀਆ ਗੱਠਜੋੜ ਬਣਾਉਣਾ ਹੈ। ਜਦੋਂ ਕਾਂਗਰਸ ਨਾਲ ਜਾਣ ਦੀ ਗੱਲ ਨਿਤੀਸ਼ ਕੁਮਾਰ ਸੋਚ ਰਹੇ ਸੀ, ਉਹਨਾਂ ਦਿਨਾਂ 'ਚ ਉਹਨਾਂ ਨੇ ਇਹ ਏਜੰਡਾ ਲਾਗੂ ਕੀਤਾ। ਬਾਅਦ 'ਚ ਰਾਹੁਲ ਗਾਂਧੀ ਨੇ ਇਹਨੂੰ ਪ੍ਰਚਾਰਿਆ ਪੂਰੇ ਦੇਸ਼ ਦੇ ਵਿੱਚ, ਔਰ ਇਹਦਾ ਬੜਾ ਭਰਵਾਂ ਸਵਾਗਤ ਵੀ ਹੋਇਆ। ਔਰ ਭਾਰਤੀ ਜਨਤਾ ਪਾਰਟੀ ਇਸ ਗੱਲ ਤੋਂ ਡਰਨ ਵੀ ਲੱਗ ਗਈ, ਔਰ ਭਾਰਤੀ ਜਨਤਾ ਪਾਰਟੀ ਨੇ ਵਿਰੋਧ ਸ਼ੁਰੂ ਕਰਤਾ। ਦੂਜੇ ਪਾਸੇ ਖੁਦ ਵੀ ਵਾਅਦਾ ਕੀਤਾ ਕਿ ਅਸੀਂ ਵੀ ਕਰਾਵਾਂਗੇ। ਲੇਕਿਨ ਜੰਮੂ ਕਸ਼ਮੀਰ ਦਾ ਮਾਮਲਾ ਵੀ ਐਡਰੈਸ ਕੀਤਾ ਕਾਂਗਰਸ ਨੇ। ਤੋ ਉਹ ਸਾਰੇ ਮਾਮਲੇ ਜਿਹੜੇ ਮਾਮਲੇ ਭਾਰਤੀ ਜਨਤਾ ਪਾਰਟੀ ਜਿਹੜੇ ਮਾਮਲਿਆਂ ਤੋਂ ਡਰ ਰਹੀ ਸੀ, ਕਿਨਾਰਾ ਕਰ ਰਹੀ ਸੀ, ਸੁਣਨ ਨੂੰ ਤਿਆਰ ਨਹੀਂ, ਉਹਨਾਂ ਮਾਮਲਿਆਂ ਨੂੰ ਜੇਕਰ ਕਾਂਗਰਸ ਨੇ ਐਡਰੈਸ ਕੀਤਾ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਇਸ ਮਾਮਲੇ ਨੂੰ ਜਾਂ ਇਸ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਨੇ ਉਹਨੂੰ ਲੋਕ ਪੂਰੀ ਗੰਭੀਰਤਾ ਦੇ ਨਾਲ ਲੈ ਰਹੇ ਨੇ? ਔਰ ਇਹੀ ਕਾਰਨ ਹੈ ਕਿ ਮੈਨੀਫੈਸਟੋ ਨੂੰ ਰੋਕਣ ਵਾਸਤੇ ਮੋਦੀ ਸਾਹਿਬ ਨੂੰ ਮੁਸਲਮਾਨ ਯਾਦ ਕਰਾਉਣੇ ਪਏ ਆ। ਨਹੀਂ, ਬਿਲਕੁਲ ਠੀਕ ਹੈ। ਇਸ ਮੈਨੀਫੈਸਟੋ ਦੀ ਇਸ ਗੱਲ ਤੋਂ ਬਹੁਤ ਅਹਿਮੀਅਤ ਹੈ ਕਿ ਜਿਹੜੇ ਮੁੱਦੇ ਹਾਈਲਾਈਟ ਕੀਤੇ ਗਏ ਹੈਗੇ ਇਸ ਮੈਨੀਫੈਸਟੋ ਦੇ ਵਿੱਚ, ਚਾਹੇ ਕਿਸਾਨਾਂ ਨੂੰ ਲੀਗਲ ਗਰੰਟੀ ਦੀ ਗੱਲ ਹੋਵੇ, MSP ਦੀ, ਕਿਉਂਕਿ ਬੀਜੇਪੀ ਸਰਕਾਰ ਬਹੁਤ ਲੰਬੀ ਦੇਰ ਤੋਂ ਕਿਸਾਨ ਐਜੀਟੇਟ ਕਰ ਰਹੇ ਨੇ ਇਸ ਇਸ਼ੂ ਤੇ। ਸਾਨੂੰ ਪਤਾ, ਚਾਹੇ ਮਜਬੂਰਨ ਤਿੰਨੋਂ ਫਾਰਮ ਲਾਜ਼ ਵੀ ਵਾਪਸ ਲੈਣੇ ਪਏ, ਦੁਬਾਰਾ ਫਿਰ ਕਿਸਾਨਾਂ ਨੂੰ ਐਜੀਟੇਟ ਕਰਨਾ ਪਿਆ, ਲੇਕਿਨ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਸੀ ਜੋ ਸਾਡੀ ਸੈਂਟਰਲ ਗਵਰਨਮੈਂਟ ਹੈ
MSP ਦੀ ਲੀਗਲ ਗਰੰਟੀ ਬਾਰੇ ਕੋਈ ਉਹਨਾਂ ਦੀ ਗਰੰਟੀ ਜਾਂ ਐਸ਼ੋਰੈਂਸ ਨਹੀਂ ਆਈ। ਇਹ ਇੱਕ ਗੈਪ ਸੀ। ਨੈਚੁਰਲੀ ਜਦ ਆਪੋਜੀਸ਼ਨ ਪਾਰਟੀ, ਜਦ ਇੱਕ ਬਰਾਬਰ ਖੜੀ ਪਾਰਟੀ ਦੂਸਰੀ ਐਸ਼ੋਰ ਕਰ ਰਹੀ ਹੈ ਕਿ ਹਾਂ ਅਸੀਂ ਕਰਾਂਗੇ, ਦੂਸਰੇ ਤਾਂ ਕਹਿੰਦੇ ਹੀ ਨਹੀਂ ਕਿ ਅਸੀਂ ਕਰਾਂਗੇ, ਇਹਦੀ ਬਹੁਤ ਬੜੀ ਅਹਿਮੀਅਤ ਹੋ ਜਾਂਦੀ ਹੈ। ਦੂਸਰੀ ਗੱਲ ਜਿਹੜੀ ਕਾਸਟ ਬੇਸ ਸੈਂਸਸ ਦੀ ਗੱਲ ਹੈ, ਤੁਸੀਂ ਇਹਦੇ ਚ ਕਿਹਾ ਕਿ ਮੁਸਲਮਾਨਾਂ ਦਾ ਤਾਂ ਜ਼ਿਕਰ ਵੀ ਨਹੀਂ, ਤਾਂ ਵੀ ਇੰਨੇ ਪੈਨਿਕੀ ਹੈਗੇ। ਉਹ ਤਾਂ ਵੈਸੇ ਵੀ ਜਿਹੜੇ ਸਾਡੇ ਸੈਂਸਸ ਹੁੰਦੇ ਹੈਗੇ, 1931 ਦੇ ਇੱਕ ਸੈਂਸਸ ਨੂੰ ਛੱਡ ਦਿਓ, ਜਿਹੜਾ ਲਾਸਟ ਸੈਂਸਸ ਸੀ ਉਹਦੇ ਵਿੱਚ ਕਾਸਟ ਵਾਈਜ਼ ਸੈਂਸਸ ਹੋਏ ਸੀ, ਸਟੈਟਿਸਟਿਕਸ ਅਵੇਲੇਬਲ ਹੈਗੇ ਕਿ ਕਿਹੜੀ ਕਾਸਟ ਦੇ ਕਿੰਨੇ ਬੰਦੇ ਹੈਗੇ। 1931 ਦਾ ਲਾਸਟ ਸੈਂਸਸ ਹੈਗਾ ਸਾਡੇ ਕੋਲੇ ਕਾਸਟ ਵਾਈਜ਼। ਲੇਕਿਨ ਉਸ ਤੋਂ ਬਾਅਦ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਜਿੰਨੇ ਸਾਡੇ ਸੈਂਸਸ ਹੋਏ, ਆਏ 10 ਸਾਲ ਬਾਅਦ ਹੁੰਦਾ, 51 61 ਜਿੰਨੇ ਵੀ 10 ਸਾਲ ਬਾਅਦ ਹੋਏ, ਉਹਨਾਂ ਸਾਰਿਆਂ ਦੇ ਵਿੱਚ ਰਿਲੀਜਨ ਵਾਈਜ਼ ਸੈਂਸਸ ਤਾਂ ਹੈ ਹੀ ਸੀ। ਉਹ ਤਾਂ ਰਿਲੀਜਨ ਵਾਈਜ਼ ਸੈਂਸਸ ਤਾਂ ਹੁੰਦਾ ਹੀ ਹੈ, ਇਹ ਤਾਂ ਇੱਕ ਰੂਟੀਨ ਹੈ। ਉਹਦੇ ਵਿੱਚ ਡਿਫਰੈਂਟ ਰਿਲੀਜਨਸ ਦੀ ਜੋ ਨੂਮੈਰੀਕਲ ਸਟਰੈਂਥ ਹੈ ਉਹ ਬਾਕਾਇਦਾ ਮੈਂਸ਼ਨ ਕੀਤੀ ਜਾਂਦੀ ਹੈ। ਪਰ ਇਹ ਜਿਹੜਾ ਕਾਸਟ ਵਾਈਜ਼ ਸੈਂਸਸ ਹੈ, ਇਹਦੀ ਗੱਲ ਜਿਹੜੀ ਉੱਠੀ ਹੈ ਇਹ ਪਿਛਲੇ ਕੁਝ ਸਾਲਾਂ ਤੋਂ, ਕਿ ਕਿਉਂਕਿ ਉਹਦੇ ਵਿੱਚ ਜਿਹੜੇ ਜਦ ਤੁਸੀਂ ਕਿਸੇ ਦੇ ਬਾਰੇ ਕੋਈ ਪਾਲਿਸੀ ਬਣਾਉਣੀ ਹੈ, ਕੋਈ ਪਲੈਨਿੰਗ ਕਰਨੀ ਹੈ, ਕੁਝ ਸੈਕਸ਼ਨਸ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਬੈਨੀਫਿਟ ਦੇਣੇ ਹੈਗੇ, ਉਹਨਾਂ ਦੀ ਗਿਣਤੀ ਤਾਂ ਪਤਾ ਹੋਣੀ ਚਾਹੀਦੀ ਹੈ, ਉਹਨਾਂ ਦਾ ਪੈਟਰਨ ਪਤਾ ਹੋਣਾ ਚਾਹੀਦਾ। ਜਿਵੇਂ ਸ਼ਡਿਊਲ ਕਾਸਟਸ ਵਾਸਤੇ ਡਿਫਰੈਂਟ ਸਕੀਮਸ ਬਣਦੀਆਂ ਹੈਗੀਆਂ, ਡਿਫਰੈਂਟ ਸਕੀਮਸ ਹੈਗੀਆਂ, ਇਸ ਕਰਕੇ ਉਹਨਾਂ ਦੇ ਸੈਂਸਸ ਅਵੇਲੇਬਲ ਹੁੰਦਾ। ਕਾਸਟ ਸੈਂਸਸ ਦੇ ਵਿੱਚ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਨੂੰ ਇਨਕਲੂਡ ਕੀਤਾ ਜਾਂਦਾ। ਇਸੇ ਤਰ੍ਹਾਂ ਬੈਕਵਰਡ ਕਲਾਸਿਸ ਵਾਸਤੇ ਗੌਰਮੈਂਟ ਅਨੇਕਾਂ ਸਕੀਮਾਂ ਬਣਾਉਂਦੀ ਹੈ, ਪਰ ਉਹਨਾਂ ਦੀ ਜਦ ਤੱਕ ਐਗਜ਼ੈਕਟ ਸਟਰੈਂਥ, ਉਹਨਾਂ ਦੀ ਸੋਸ਼ੋ ਇਕਨੋਮਿਕ ਪ੍ਰੋਫਾਈਲ ਜਦ ਤੱਕ ਤੁਹਾਨੂੰ ਨਹੀਂ ਪਤਾ, ਉਹ ਗੱਲ ਹੀ ਨਹੀਂ ਹੁੰਦੀ ਟਾਰਗੇਟਡ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਝ ਪੋਲੀਟੀਕਲ ਪਾਰਟੀਆਂ ਨੇ, ਚਾਹੇ ਉਹ ਅੱਜ ਬੀਜੇਪੀ ਦੇ ਨਾਲ ਹੈਗੀਆਂ, ਉਹਨਾਂ ਨੇ ਕੀਤਾ ਕਿ ਕਾਸਟ ਵਾਈਜ਼ ਸੈਂਸਸ। ਔਰ ਕਾਂਗਰਸ ਇਹ ਨਹੀਂ ਕਿ ਸਿਰਫ ਇੱਕਦਮ ਇਮੀਡੀਏਟਲੀ ਲੈ ਆਈ, ਕਾਂਗਰਸ ਦਾ ਬਾਕਾਇਦਾ ਸਟੈਂਡ ਰਿਹਾ ਹੈ ਪਿਛਲੇ ਸਾਲਾਂ ਤੋਂ, ਕਈ ਸਾਲਾਂ ਤੋਂ ਸਟੈਂਡ ਰਿਹਾ ਹੈ ਕਿ ਅਸੀਂ ਕਾਸਟ ਵਾਈਜ਼ ਸੈਂਸਸ ਦੇ ਹੱਕ ਚ ਆ। ਇਹ ਨਹੀਂ ਕਿ ਅੱਜ ਹੀ ਕਿਹਾ ਮੈਨੀਫੈਸਟੋ ਦੇ ਵਿੱਚ। ਇਸ ਕਰਕੇ ਇਸ ਗੱਲ ਦਾ ਇੱਕ ਵਿਸ਼ਵਾਸ ਤਾਂ ਹੈ ਲੋਕਾਂ ਨੂੰ ਕਿ ਜਦ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਤੇ ਜੇ ਕਰਨਗੇ। ਇੱਕ ਇਸੇ ਤਰ੍ਹਾਂ ਹੀ ਗੱਲ ਜਿਹੜੀ ਹੈ ਜੰਮੂ ਕਸ਼ਮੀਰ ਦੇ ਬਾਰੇ ਹੈ ਕਿ ਜੰਮੂ ਕਸ਼ਮੀਰ ਦਾ ਜਿਹੜਾ ਹੈ ਉਹ ਸਟੇਟਹੁੱਡ ਖਤਮ ਕਰ ਦਿੱਤਾ ਗਿਆ, ਆਰਟੀਕਲ 370 ਖਤਮ ਕਰ ਦਿੱਤਾ ਗਿਆ। ਉੱਥੇ ਜਿਹੜਾ ਹੈਗਾ ਜੋ ਚੇਂਜਿਸ ਹੋਈਆਂ ਕਨਸਟੀਟਿਊਸ਼ਨਲ, ਜਿਹੜਾ 5 ਅਗਸਤ 1919 ਨੂੰ ਹੋਇਆ, ਉਹਦੇ ਵਿੱਚ ਜਦ ਸਟੇਟਹੁੱਡ ਖਤਮ ਕੀਤਾ ਗਿਆ, ਉਸੇ ਟਾਈਮ ਬੀਜੇਪੀ ਦੀ ਤਰਫੋਂ ਅਮਿਤ ਸ਼ਾਹ ਉਹਨਾਂ ਨੇ ਖੁਦ ਇਹ ਗੱਲ ਕਹੀ ਸੀ ਕਿ ਇਹ ਇੱਕ ਟੈਂਪਰੇਰੀ ਪੀਰੀਅਡ ਹੈ, ਇਹ ਟੈਂਪਰੇਰੀ ਫੇਜ਼ ਹੈ। ਅਸੀਂ ਸਟੇਟ ਦੀ ਡਿਵੈਲਪਮੈਂਟ ਵਾਸਤੇ, ਅਸੀਂ ਸਟੇਟ ਨੂੰ ਪ੍ਰੋਪਰਲੀ ਇੰਟੈਗਰੇਟ ਕਰਨ ਵਾਸਤੇ ਫਿਲਹਾਲ ਇਹ ਕੰਮ ਕਰ ਰਹੇ ਹਾਂ। ਆਰਟੀਕਲ 370 ਖਤਮ ਕਰ ਰਹੇ ਹਾਂ, ਉਹਨੂੰ ਯੂਨੀਅਨ ਟੈਰੀਟਰੀ ਬਣਾ ਰਹੇ ਹਾਂ। ਲੇਕਿਨ ਅਲਟੀਮੇਟਲੀ ਜਦ ਹਾਲਾਤ ਠੀਕ ਹੋ ਜਾਣਗੇ, ਅਸੀਂ ਇਹਨਾਂ ਦਾ ਸਟੇਟਹੁੱਡ ਬਹਾਲ ਕਰ ਦੇਵਾਂਗੇ। ਇਹ ਬਹੁਤ ਵਾਰੀ ਗੱਲ ਹੋ ਚੁੱਕੀ ਪਾਰਲੀਮੈਂਟ ਦੇ ਵਿੱਚ ਵੀ ਕਿ ਇਹ ਜਿਹੜਾ ਇੱਕ ਟੈਂਪਰੇਰੀ ਅਰੇਂਜਮੈਂਟ ਹੈ ਔਰ ਇਹ ਸਟੇਟਹੁੱਡ ਅਸੀਂ ਬਹਾਲ ਕਰ ਦੇਵਾਂਗੇ। ਜਦ ਬੀਜੇਪੀ ਇਹ ਕਹਿੰਦੀ ਹੈ, ਚਾਹੇ ਮੈਨੀਫੈਸਟੋ ਦੇ ਵਿੱਚ ਨਹੀਂ ਲਿਖਿਆ ਕਿ ਅਸੀਂ ਬਹਾਲ ਕਰ ਦੇਵਾਂਗੇ, ਕਾਂਗਰਸ ਤਾਂ ਜਦ ਮੈਨੀਫੈਸਟੋ ਵਿੱਚ ਕਹਿਤਾ ਇਹਦੀ ਕੀ ਪ੍ਰੋਬਲਮ ਹੈ? ਜਦ ਬੀਜੇਪੀ ਵੀ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਸਟੇਟਹੁੱਡ ਬਹਾਲ ਕਰਨਾ, ਕਾਂਗਰਸ ਨੇ ਕਰਤਾ, ਉਹਦੇ ਵਿੱਚ ਕੋਈ ਬੜੀ ਗੱਲ ਨਹੀਂ ਹੋਈ। ਇਹ ਸਾਰੀਆਂ ਗੱਲਾਂ ਕਿਉਂਕਿ ਉਹਨਾਂ ਨੂੰ ਇਹ ਡਰ ਹੈ ਕਿ ਕਿਧਰੇ ਇਹਨਾਂ ਗੱਲਾਂ ਦੀ ਤਰਫੋਂ ਇਹ ਗੱਲ ਜਿਹੜੇ ਹੈਗੇ ਲੋਕਾਂ ਨੂੰ ਬਹੁਤ ਅਟਰੈਕਟ ਕਰ ਸਕਦੀ ਹੈ ਔਰ ਸਾਡੇ ਵੋਟ ਬੈਂਕ ਦੇ ਵਿੱਚ ਖੋਰਾ ਲੱਗ ਸਕਦਾ, ਤਾਂ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਅਦਰਵਾਈਜ਼ ਇਸ ਮੈਨੀਫੈਸਟੋ ਦੇ ਵਿੱਚ ਜਿਹੜੀ ਕਿ ਐਸੀ ਕੋਈ ਗੱਲ ਨਹੀਂ ਹੈ ਜਿਹੜੀ ਆਬਜੈਕਸ਼ਨੇਬਲ ਹੋਵੇ, ਜਿਹੜੀ ਸੈਸੈਸ਼ਨਿਸਟ ਹੋਵੇ। ਬੜੀਆਂ ਪੋਜ਼ਿਟਿਵ ਗੱਲਾਂ ਹੈਗੀਆਂ, ਕਿੰਨਾ ਕਿ ਇੰਪਲੀਮੈਂਟ ਹੁੰਦਾ ਨਹੀਂ ਹੁੰਦਾ ਇਹ ਅਲੱਗ ਗੱਲ ਹੈ,
ਕਿਉਂਕਿ ਇਹ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਕਰ ਰਹੀਆਂ, ਪਰ ਕੁਝ ਗੱਲਾਂ ਤਾਂ ਜਿਨ੍ਹਾਂ ਤੇ ਆਲਰੇਡੀ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ, ਐਜ਼ ਐਨ ਆਪੋਜੀਸ਼ਨ ਪਾਰਟੀ ਉਹਨਾਂ ਨੂੰ ਰੇਜ਼ ਕਰ ਰਹੀ ਹੈ, ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਅਟੈਚ ਹੁੰਦੀਆਂ ਤੇ ਲੋਕਾਂ ਨੂੰ ਵਿਸ਼ਵਾਸ ਹੁੰਦਾ। ਬਲਕਿ ਇੱਕ ਦੋ ਹੋਰ ਗੱਲਾਂ ਹੈਗੀਆਂ ਜਿਹੜੀਆਂ ਇਕਨੋਮਿਕ ਫਰੰਟ ਤੇ ਬੜੀਆਂ ਇੰਪੋਰਟੈਂਟ ਹੈਗੀਆਂ, ਖਾਸ ਤੌਰ ਤੇ ਅਸੀਂ EMPLOYEES ਦੀ ਗੱਲ ਕਰੀਏ, ਇਹਦੇ ਵਿੱਚ ਜਿਹੜਾ 올ਡ ਪੈਨਸ਼ਨ ਸਕੀਮ ਦਾ ਇਸ਼ੂ, ਇਹ ਬਹੁਤ ਸਾਰੀਆਂ ਸਟੇਟਾਂ ਨੇ ਪਾਸ ਵੀ ਕਰਤਾ ਕਿ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ। ਕਾਂਗਰਸ ਦੀ ਸਰਕਾਰ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਕਰਤਾ, ਰਾਜਸਥਾਨ ਦੇ ਵਿੱਚ ਕਰਤਾ ਸੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਤਾ। ਜੇ ਐਸੀਆਂ ਗੱਲਾਂ ਕਰਦੇ ਤੇ ਉਹਨਾਂ ਦੇ ਹੱਕ 'ਚ ਜਾਏਗਾ ਸਾਰੀਆਂ ਗੱਲਾਂ। ਬਿਲਕੁਲ, ਇਹ ਬਹੁਤ ਅੱਛਾ ਮੈਨੀਫੈਸਟੋ ਦੇ ਤੌਰ ਤੇ ਤਾਂ ਬਹੁਤ ਅੱਛਾ ਮੈਨੀਫੈਸਟੋ ਹੈ। ਪਰ ਇੱਕ ਗੱਲ ਪ੍ਰੈਸ ਸਾਹਿਬ, ਇੱਕ ਗੱਲ ਸਾਨੂੰ ਸਮਝ ਨਹੀਂ ਪਏਗੀ ਜਿਹੜੀ ਅਸੀਂ ਵਾਰ-ਵਾਰ ਗੱਲ ਕਹਿ ਰਹੇ ਹਾਂ ਕਿ ਜੇ ਇੰਪਲੀਮੈਂਟ ਹੋਏ ਤਾਂ, ਕਿਉਂਕਿ ਅਸੀਂ ਇੱਕ ਸਾਡੇ ਕੋਲ ਬਹੁਤ ਵੱਡਾ ਤਜਰਬਾ ਹੈ ਪਿਛਲੇ 10 ਸਾਲ ਦਾ, ਕਿ ਪਿਛਲੇ 10 ਸਾਲ ਦੇ ਦੌਰਾਨ ਕੇਂਦਰ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ, ਮੋਦੀ ਸਰਕਾਰ, ਇਹਨੇ ਜਿਹੜੇ ਪਿਛਲੇ 5 ਸਾਲ ਦਾ ਕਾਰਜਕਾਲ ਸੀ ਉਸ ਵੇਲੇ ਜਿਹੜਾ ਜੋ ਕੁਝ ਕੀਤਾ, ਜਿਸ ਤਰ੍ਹਾਂ ਦੇ ਹੱਥ ਕੰਡੇ ਵਰਤੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਜਿੱਤਣ ਦੇ ਵਾਸਤੇ, ਜਿਹੜਾ ਕਿ ਹਿੰਦੂ ਮੁਸਲਿਮ ਪੱਤਾ ਵੀ ਖੇਡਿਆ ਗਿਆ, ਹੋਰ ਵੀ ਬਹੁਤ ਕੁਝ ਕੀਤਾ ਗਿਆ। ਲੇਕਿਨ ਐਤਕਾਂ ਜਦੋਂ ਬਹੁਤ ਕੁਝ ਕਰਕੇ ਰਾਮ ਮੰਦਿਰ ਦੀ ਉਸਾਰੀ ਕੀਤੀ ਗਈ, 370 ਤੋੜੀ ਗਈ, ਸਾਰਾ ਕੁਝ ਕਰ ਲਿਆ, ਇਹਦੇ ਬਾਵਜੂਦ ਜਦੋਂ ਇੰਪੈਕਟ ਨਜ਼ਰ ਨਹੀਂ ਆ ਰਿਹਾ ਭਾਰਤੀ ਜਨਤਾ ਪਾਰਟੀ ਨੂੰ, ਤਾਂ ਭਾਰਤੀ ਜਨਤਾ ਪਾਰਟੀ ਹੁਣ ਗਰੰਟੀਆਂ ਦੇਣ ਤੇ ਖੁਦ ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਕਦੇ ਸਭ ਗਰੰਟੀਆਂ ਦਾ ਵਿਰੋਧ ਕਰਦੇ ਰਹੇ ਆ, ਲੇਕਿਨ ਅੱਜ ਕੱਲ੍ਹ ਉਹ ਵੀ ਗਰੰਟੀਆਂ ਦੇ ਰਹੇ ਨੇ। ਤੋ ਇਸ ਦਾ ਮਤਲਬ ਇਹ ਆ ਕਿ ਜਿਹੜੀਆਂ ਅਗਲੀਆਂ ਚੋਣਾਂ ਆਉਣੀਆਂ ਨੇ, ਚਾਹੇ ਉਹ 24 ਦੀ ਚੋਣ ਆ, ਚਾਹੇ ਅੱਗੇ ਜਾ ਕੇ ਉਹ 29 ਦੀ ਚੋਣ ਹੋਏਗੀ, ਉਹ ਆਧਾਰ ਕੀ ਹੋਏਗਾ? ਪਰਫਾਰਮੈਂਸ, ਸਰਕਾਰ ਦੀ ਪਰਫਾਰਮੈਂਸ ਆਧਾਰ ਹੋਏਗਾ। ਔਰ ਇਸ ਕਰਕੇ ਜ਼ਿਆਦਾ ਉਮੀਦ ਇਹ ਹੈਗੀ ਹੈ ਕਿ ਜਿਹੜਾ ਮੈਨੀਫੈਸਟੋ ਬਣਾਇਆ ਗਿਆ ਹੈ ਕਾਂਗਰਸ ਵੱਲੋਂ ਜਾਂ ਕਿਸੇ ਵੱਲੋਂ ਵੀ, ਉਹਨੂੰ ਉਹਦੇ ਤੇ ਪਹਿਰੇਦਾਰੀ ਕਰਨੀ ਪਏਗੀ, ਵਰਨਾ ਅੱਗੋਂ ਉਹਦੀ ਸਰਕਾਰ ਬਣਨ ਦੇ ਕੋਈ ਚਾਂਸ ਨਹੀਂ ਲੱਗਦੇ। ਬਿਲਕੁਲ ਗੱਲ ਠੀਕ ਹੈ ਕਿ ਚਾਹੇ ਦੇਖੋ ਸਾਰੇ ਸਰਵੇ ਬੀਜੇਪੀ ਦੇ ਹੱਕ 'ਚ ਆ ਰਹੇ, ਹੋ ਸਕਦਾ ਹੈ ਉਹ ਮੈਨੀਪੂਲੇਟਿਡ ਹੋਣ ਤੇ ਜਿਹੜੀ ਵੀ ਰੂਲਿੰਗ ਪਾਰਟੀ ਹੈ ਉਹਨੂੰ ਅਸਲੀਅਤ ਪਤਾ ਹੋਵੇ। ਜਿੰਨਾ ਕੁ ਰੂਲਿੰਗ ਪਾਰਟੀ ਡਰੀ ਹੋਈ ਹੈ, ਇੰਨਾ ਡਰਨ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ। ਡਰਨ ਦੀਆਂ ਇੰਡੀਕੇਸ਼ਨਸ ਇਹ ਹੈਗੀਆਂ ਕਿ ਜਿਹੜਾ ਅਲਾਇੰਸ ਬਣਨ ਲੱਗਦਾ ਹੈ ਉਹ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਲੀਡਰ ਹੈਗੇ ਉਹਨਾਂ ਨੂੰ ਲਿਆ ਕੇ ਜੁਆਇਨ ਕਰਕੇ ਟੌਪ ਦੀਆਂ ਪੋਜੀਸ਼ਨਾਂ ਤੇ ਬਿਠਾਇਆ ਜਾ ਰਿਹਾ ਹੈ। ਜੇ ਇੰਨੀ ਹਵਾ ਹੋਵੇ ਤਾਂ ਇੰਨਾ ਕੁਝ ਕਰਨ ਦੀ ਜ਼ਰੂਰਤ ਕੀ ਹੈ? ਜਾਂ ਜਿਹੜੀ ਮੇਨ ਰੂਲਿੰਗ ਪਾਰਟੀ ਹੈ ਉਹਦਾ ਅਕਾਊਂਟ ਸੀਲ ਕੀਤਾ, ਉਹਦੇ ਫਰੀਜ਼ ਕੀਤੇ ਜਾ ਰਹੇ ਹਨ। ਇਹ ਜਿਹੜੀਆਂ ਗੱਲਾਂ ਕਰਨ ਦੀ ਜ਼ਰੂਰਤ ਕੀ ਹੈ ਜੇ ਇੰਨੀ ਹਵਾ ਬਣੀ ਹੋਈ ਹੈ? ਮੈਨੂੰ ਲੱਗਦਾ ਕਿ ਅੰਦਰੋਂ ਖਾਤੇ ਅੰਦਰ ਹੀ ਡਰ ਜ਼ਰੂਰ ਹੈ ਕਿ ਇਹ ਜਿਹੜੀ ਫਾਈਟ ਹੈ, ਇਟ ਇਜ਼ ਗੋਇੰਗ ਟੂ ਏ ਵੈਰੀ ਟਫ ਫਾਈਟ। ਚਾਹੇ ਤੁਸੀਂ ਬਬਲ ਕ੍ਰੀਏਟ ਕਰਤਾ, ਜਿਹੜੀਆਂ ਸਰਵੇ ਕਰਵਾਤੇ, ਸਾਰਾ ਕੁਝ ਕਰਵਾਤਾ, ਲੇਕਿਨ ਅੰਦਰੂਨੀ ਇੰਨੀ ਕੰਫਰਟੇਬਲ ਨਹੀਂ ਲੱਗ ਰਹੀ ਪੋਜੀਸ਼ਨ। ਜਿਵੇਂ ਤੁਸੀਂ ਠੀਕ ਕਿਹਾ ਕਿ ਇੱਕ ਖਾਸ ਕਨਸਟੀਚੁਐਂਸੀ ਨੂੰ ਖੁਸ਼ ਕਰਨ ਵਾਸਤੇ, ਇੱਕ ਖਾਸ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਤੁਸੀਂ ਅਨੇਕਾਂ ਕੰਮ ਕੀਤੇ। ਰਾਮ ਮੰਦਿਰ ਦੀ ਉਸਾਰੀ ਕਰਤੀ, ਆਰਟੀਕਲ 370 ਖਤਮ ਕਰਤਾ, ਜਾਂ ਉਹਦਾ ਸਟੇਟਹੁੱਡ ਤੋੜਤਾ, ਜਿਹੜਾ ਹੈ ਜੰਮੂ ਕਸ਼ਮੀਰ ਦਾ, ਹੋਰ ਅਨੇਕਾਂ ਕੰਮ ਹੋਏ ਗਏ, ਜਾਂ ਸਿਟੀਜ਼ਨ ਅਮੈਂਡਮੈਂਟ ਐਕਟ ਆ ਗਿਆ, ਹੋਰ ਤਰ੍ਹਾਂ ਦੀਆਂ, ਜਾਂ ਟ੍ਰਿਪਲ ਤਲਾਕ ਖਤਮ ਕਰਤਾ, ਇੰਨਾ ਕੁਝ ਕਰਤਾ ਅਪੀਜ਼ ਕਰਨ ਵਾਸਤੇ ਇੱਕ ਕਮਿਊਨਿਟੀ ਨੂੰ। ਲੇਕਿਨ ਇਹਦੇ ਬਾਵਜੂਦ ਵੀ ਤੁਹਾਡੇ ਵਿੱਚ ਇਹ ਵਿਸ਼ਵਾਸ ਨਹੀਂ ਆ ਰਿਹਾ ਕਿ ਅਸੀਂ ਇਲੈਕਸ਼ਨ ਜਿੱਤ ਰਹੇ ਹਾਂ, ਤਾਂ ਇਸ ਤਰ੍ਹਾਂ ਦਾ ਡਰ ਹੈ। ਇਹ ਡਰ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਹੈਗੀਆਂ ਕਿ ਅਲਟੀਮੇਟਲੀ ਤਾਂ ਲੋਕਾਂ ਨੇ ਪਰਫਾਰਮੈਂਸ ਤੇ ਕੁਐਸਚਨ ਕਰਨਾ ਹੈ। ਬਿਲਕੁਲ। ਔਰ ਪਰਫਾਰਮੈਂਸ ਦੇ ਨਾਮ ਤੇ ਮੇਰਾ ਖਿਆਲ ਹੈ ਦਿਖਾਣ ਨੂੰ ਰੂਲਿੰਗ ਪਾਰਟੀ ਕੋਲੇ ਕੋਈ ਜ਼ਿਆਦਾ ਨਹੀਂ ਗੱਲਾਂ ਨਹੀਂ ਹੈਗੀਆਂ। ਬਿਲਕੁਲ। ਇਸ ਕਰਕੇ ਹਰ ਇੱਕ ਚੀਜ਼ ਤੋਂ ਡਰ ਜਾਂਦੇ, ਚਾਹੇ ਕੋਈ ਅਲਾਇੰਸ ਕਰਨ ਲੱਗਦਾ ਉਹ ਤੋਂ ਡਰ ਜਾਂਦੇ, ਕੋਈ ਮੈਨੀਫੈਸਟੋ
ਫਰੇਮ ਕਰਦਾ, ਕੋਈ ਪ੍ਰੋਮਿਸ ਕਰਦਾ, ਉਹ ਤੋਂ ਡਰ ਜਾਂਦੇ ਨੇ, ਕੋਈ ਤੁਹਾਡੇ ਖਿਲਾਫ ਗੱਲ ਕਰਦਾ, ਉਹ ਤੋਂ ਡਰ ਜਾਂਦੇ ਨੇ। ਤਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਹਥਕੰਡੇ ਅਪਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੇ ਵਿੱਚ ਇਹ ਸਾਰਾ ਕੁਝ ਪਤਾ ਨਹੀਂ ਕਿਉਂ ਹੈ, ਕੀ ਡਰ ਹੈ ਰੂਲਿੰਗ ਪਾਰਟੀ ਨੂੰ। ਹਾਲਾਂਕਿ ਸਾਰੀ ਕਦੇ ਪ੍ਰੋਪੇਗੰਡਾ ਹੈ ਕਿ they are going to win with thumping majority 400 ਪਲੱਸ 350 ਪਲੱਸ, ਪਰ ਇਹਦੇ ਬਾਵਜੂਦ ਵੀ ਜਿਹੜਾ ਇੱਕ ਡਰ ਦਾ ਮਾਹੌਲ ਹੈ ਰੂਲਿੰਗ ਪਾਰਟੀ ਦੇ ਵਿੱਚ, ਇਹ ਮੈਨੀਫੈਸਟੋ ਦਾ ਜੋ ਕ੍ਰਿਟਿਸਿਜ਼ਮ ਹੈ ਉਹ ਵੀ ਉਹਦੇ ਚੋਂ ਨਿਕਲੀ ਹੋਈ ਇੱਕ ਚੀਜ਼ ਹੈ। ਹਾਲਾਂਕਿ ਕਈ ਗੱਲਾਂ ਇਹਦੇ ਚ ਐਸੀਆਂ ਹੈਗੀਆਂ ਜਿਹੜੀਆਂ ਇੰਪਲੀਮੈਂਟ ਵੈਸੇ ਵੀ ਨਹੀਂ ਹੋ ਸਕਦੀਆਂ ਤੇ ਕੋਈ ਤੁੱਕ ਵੀ ਨਹੀਂ ਬਣਦੀ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਇਸ ਮੈਨੀਫੈਸਟੋ ਦੀ ਇੱਕ ਗੱਲ ਦੱਸਦਾ ਕਿ 50% of the central government jobs will be reserved for women। ਹੁਣ ਕਿਧਰੇ ਵੀ ਵਰਲਡ ਦੇ ਵਿੱਚ, ਕਿਧਰੇ ਵੀ ਇੰਡੀਆ ਦੇ ਕੋਨੇ ਦੇ ਵਿੱਚ ਜਿਹੜੀਆਂ women ਹੈਗੀਆਂ, they do not constitute 50% of the population। ਕਿਧਰੇ ਵੀ 50% ਤਾਂ ਹੈ ਹੀ ਨਹੀਂ। 50% ਤੋਂ ਘੱਟ ਪਾਪੂਲੇਸ਼ਨ ਵਾਲੇ ਸੈਕਸ਼ਨ ਨੂੰ ਤੁਸੀਂ ਕਹਿੰਦੇ ਹੋ ਕਿ 50% ਤਾਂ ਅਸੀਂ ਰਿਜ਼ਰਵ ਕਰ ਦੇਣੀ ਹੈ। ਇਸ ਤੋਂ ਇਲਾਵਾ ਹੋਰ ਫੀਲਡ ਓਪਨ ਹੈ। ਇਹਦੇ ਵਿੱਚ ਇਹ ਹੈ ਨਾ, ਇਹਦੇ ਚ ਇਹ ਹੈ ਨਾ ਪ੍ਰੈਸ ਸਾਹਿਬ ਕਿ ਜੇ ਕਿਤੇ 10 ਪੋਸਟਾਂ ਨਿਕਲੀਆਂ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਉਹਦੇ ਵਿੱਚ 5 ਔਰਤਾਂ ਨਾ ਮਿਲਣ। ਹਾਂਜੀ, ਤੋ ਇਸ ਤਰ੍ਹਾਂ ਕਰਕੇ 50% ਦਾ, ਹਾਂਜੀ 50% ਦਾ ਮੈਨੂੰ ਲੌਜਿਕ ਨਹੀਂ ਪਤਾ ਚੱਲਦਾ ਕਿਉਂਕਿ 50% ਤਾਂ ਪਾਪੂਲੇਸ਼ਨ ਹੀ ਨਹੀਂ ਬੇਸ਼ੱਕ ਨਾ ਹੋਵੇ, ਪਰ ਮਿਸਾਲ ਦੇ ਤੌਰ ਤੇ ਕਿਤੇ ਜੇ EMPLOYMENT ਦਾ ਮਾਮਲਾ ਹੋਵੇ ਜਿੱਥੇ 5000 ਜਿਹੜੇ ਹੈਗੇ ਆ ਟੋਟਲ EMPLOY ਰੱਖਣੇ ਆ, ਤਾਂ ਉਹਦੇ ਵਿੱਚ ਜਿਹੜੇ ਹੈਗੇ 2500 ਤਾਂ 5000 ਜੇ ਰੱਖਣੇ ਆ ਤਾਂ 2500 ਤਾਂ ਔਰਤਾਂ ਮਿਲ ਜਾਣਗੀਆਂ ਨਾ। ਮਿਲ ਤਾਂ ਜਾਣਗੇ, ਮਿਲ ਤਾਂ ਮੇਲ ਵੀ ਜਾਣਗੇ, ਪਰ ਟੋਟਲ ਆਫ ਦੀ ਪਾਪੂਲੇਸ਼ਨ ਨੂੰ ਤਾਂ ਕੋਈ EMPLOYMENT ਵੀ ਨਹੀਂ ਦੇਣੀ ਤੇ ਕੋਈ ਰਿਜ਼ਰਵੇਸ਼ਨ ਵੀ ਨਹੀਂ ਦੇਣੀ ਹੁੰਦੀ। ਦੇਖੋ ਜਿਹੜੀ ਰਿਜ਼ਰਵੇਸ਼ਨ ਹੁੰਦੀ ਹੈ ਨਾ, ਉਹ ਤਾਂ ਇੱਕ ਮਿਨੀਮਮ ਪੁਆਇੰਟ ਹੁੰਦਾ ਹੈ ਕਿ ਮਿਨੀਮਮ ਇੰਨੀਆਂ ਜ਼ਰੂਰ ਹੋਣਗੀਆਂ। ਠੀਕ ਹੈ, ਜਿਵੇਂ ਇੱਕ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਇਹ ਚੱਲ ਰਿਹਾ ਹੈ ਕਿ ਚਲੋ 1/3 ਕਿ ਐਟ ਲੀਸਟ 1/3 ਤਾਂ ਹੋਣ, ਬਾਕੀ ਉਹ ਆਪਣੇ ਐਫਰਟ ਦੇ ਨਾਲ ਆ ਜਾਣਗੇ ਜੀ। ਇਹ ਇੱਕ ਜਿਹੜਾ ਹੈਗਾ ਮਿਨੀਮਮ ਪੁਆਇੰਟ ਤੁਸੀਂ ਫਿਕਸ ਕਰਤਾ ਕਿ ਇਹ ਤੋਂ ਨਹੀਂ ਘੱਟ ਹੋ ਸਕਦੇ। ਤੁਸੀਂ ਮੈਕਸਿਮਮ ਪੁਆਇੰਟ ਕਿਵੇਂ ਰਿਜ਼ਰਵ ਕਰ ਸਕਦੇ ਹੋ, ਮੈਕਸਿਮਮ ਕਿਵੇਂ ਫਿਕਸ ਕਰ ਸਕਦੇ ਹੋ? ਇਹ ਨਹੀਂ ਕਿ ਕੋਈ ਐਂਟੀ ਵਿਮਨ ਗੱਲ ਹੋ ਰਹੀ ਹੈ, ਮੈਂ ਕਹਿ ਰਿਹਾ ਕਿ ਪਾਪੂਲੇਸ਼ਨ ਦਾ ਸਟਰਕਚਰ ਤਾਂ ਦੇਖਣਾ। ਜਦੋਂ ਸਾਡੇ ਕਲਚਰ ਦੇ ਵਿੱਚ ਅਸੀਂ ਉਹਨੂੰ ਬਰਾਬਰ ਦਾ ਹਿੱਸਾ ਮੰਨਦੇ ਹਾਂ ਹਰੇਕ ਜਗ੍ਹਾ ਤੇ, ਜੀ ਰਿਜ਼ਰਵੇਸ਼ਨ ਦੇ ਵਿੱਚ ਆ ਕੇ ਤੁਹਾਨੂੰ ਕਿਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ, ਇੱਕ ਬੜੀ ਵੱਡੀ ਸਮੱਸਿਆ ਆ ਕਿ ਉਹਨਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਏ। ਤਾਂ ਬਰਾਬਰੀ ਦਾ ਦਰਜਾ ਤਾਂ ਹੀ ਦੇ ਸਕਦੇ ਹੋ ਜੇ ਤੁਸੀਂ ਉਹਨਾਂ ਦਾ ਜਿਹੜਾ ਹਿੱਸਾ ਜੇ ਤੁਸੀਂ ਮਰਦ ਦੇ ਬਰਾਬਰ ਰੱਖਦੇ ਹੋ। ਤਾਂ ਮੇਰਾ ਤਾਂ ਇਹ ਪੁਆਇੰਟ ਸੀ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਮਜਬੂਰੀ ਹੋ ਸਕਦੀ ਕਾਂਗਰਸ ਦੀ ਕਿ 50-50 ਕਰਤਾ ਜਾਏ, ਇਹਨੂੰ ਜਾ ਕੇ ਤੁਸੀਂ ਔਰਤ ਨੂੰ ਮਰਦ ਦੇ ਬਰਾਬਰ ਇੱਕ ਦਰਜਾ ਦੇ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਇਹ ਇੱਕ ਹੋ ਸਕਦਾ, ਤੁਸੀਂ ਇਹਦੀ ਛੋਟੀ ਜਿਹੀ ਟਿੱਪਣੀ ਕਰ ਸਕਦੇ ਹੋ। ਫਿਰ ਸਮਾਂ ਸਮਾਪਤ ਹੋ ਰਿਹਾ, ਮੈਂ ਫਿਰ ਤੁਹਾਡੇ ਤੋਂ ਇਜਾਜ਼ਤ ਚਾਹੂੰਗਾ ਜੀ। ਦੇਖੋ ਇਸ ਚੀਜ਼ ਨੂੰ ਤਾਂ ਕੋਈ ਵੀ ਡਿਸਪਿਊਟ ਦਾ ਕਿ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਜੀ। ਔਰਤ ਮਰਦ ਚਾਹੇ ਕੋਈ ਵੀ ਸੈਕਸ਼ਨ ਹੈ, ਦੇ ਸ਼ੁੱਡ ਬੀ ਗਿਵਨ ਇਕੁਅਲ ਓਪਰਚੁਨਿਟੀਜ਼। ਇਹ ਸਾਡੇ ਸੰਵਿਧਾਨ ਦੇ ਵਿੱਚ ਹੈ। ਲੇਕਿਨ ਚਲੋ ਕਿਉਂਕਿ ਟ੍ਰੈਡੀਸ਼ਨਲੀ ਉਸ ਇੱਕ ਸੈਕਸ਼ਨ ਜਿਹੜਾ ਹੈਗਾ ਡਿਪਰਾਈਵਡ ਰਿਹਾ ਹੈ ਕੁਝ ਵਜ੍ਹਾ ਕਰਕੇ, ਸੋਸ਼ਲ ਫੈਕਟਰਸ ਕਰਕੇ, ਲੇਕਿਨ ਜਦ ਅਸੀਂ ਉਹਨੂੰ ਰੈਕਟੀਫਾਈ ਕਰਦੇ ਹਾਂ, ਹੁਣ ਫਾਰ ਐਗਜ਼ਾਮਪਲ ਇਹ ਹੈ ਕਿ ਅਸੀਂ ਸ਼ਡਿਊਲ ਕਾਸਟ ਜੋ ਕਮਿਊਨਿਟੀ ਹੈ, ਸ਼ਡਿਊਲ ਟ੍ਰਾਈਬਸ ਹੈ, ਕਿ ਸਾਨੂੰ ਪਤਾ ਹੈ ਕਿ ਟ੍ਰੈਡੀਸ਼ਨਲੀ ਉਹ ਐਕਸਪਲੋਇਟ ਹੁੰਦੇ ਰਹਿਣ, ਉਹਨਾਂ ਨੂੰ ਕੰਪਨਸੇਟ ਕਰਨ ਵਾਸਤੇ ਜਿਹੜੀ ਗੱਲ ਕੀਤੀ ਗਈ ਹੈ, ਤੁਹਾਨੂੰ ਪਤਾ ਹੋਣਾ ਕਿ ਪਾਪੂਲੇਸ਼ਨ ਦੇ ਪ੍ਰਪੋਰਸ਼ਨੇਟਲੀ ਜਿਹੜੇ ਰਿਜ਼ਰਵੇਸ਼ਨ ਹੁੰਦੀ ਹੈ। ਫਾਰ ਐਗਜ਼ਾਮਪਲ 1971 ਦੇ ਸੈਂਸਸ ਦੇ ਜੇ ਹਿਸਾਬ ਨਾਲ ਹੋਏਗੀ ਪੰਜਾਬ ਦੇ ਵਿੱਚ, ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪ੍ਰਪੋਰਸ਼ਨਲ ਤਾਂ ਉਹ ਰਹਿਣਾ ਇੱਕ ਪੱਖ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਇਹ ਗੱਲ ਕਰਦਾ ਕਿ ਲੀਗਲੀ ਗੱਲ ਕਰਦਾ ਕਿ ਪ੍ਰਪੋਰਸ਼ਨਲ ਜਿਹੜੀ ਹੈ ਉਹ ਕਰਨੀ ਚਾਹੀਦੀ। 48 ਕਰ ਦਿੰਦੇ, ਚਲੋ ਜਿੰਨੀਆਂ ਕੁ ਹੈਗਾ ਉਹਨਾਂ ਕਰ ਲਓ। ਖੈਰ, ਇਹ
मेरा ख्याल है कि ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਹੋਣਾ ਚਾਹੀਦਾ, ਲੇਕਿਨ नहीं है। ਕੁੱਲ ਮਿਲਾ ਕੇ ਜਿਹੜਾ ਅਸੀਂ ਡਿਸਕਸ ਕਰ ਰਹੇ ਸੀ ਮੈਨੀਫੈਸਟੋ ਨੂੰ, ਕਿ ਇਸ ਮੈਨੀਫੈਸਟੋ ਦਾ ਪ੍ਰਭਾਵ ਅੱਗੇ ਜਾ ਕੇ ਕੀ ਚੋਣ ਤੇ ਪੈਣਾ ਹੈ, ਉਹਨੂੰ ਅਸੀਂ ਆਪਣੇ ਦਰਸ਼ਕਾਂ ਤੱਕ ਲੈ ਕੇ ਜਾ ਰਹੇ ਸੀ ਤਾਂ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਤੇ ਡੂੰਘਾਈ ਨਾਲ ਸਮਝਿਆ ਜਾ ਸਕੇ ਕਿ ਇਸ ਜਿਹੜਾ ਚੋਣ ਮਨੋਰਥ ਪੱਤਰ ਹੈ ਕਾਂਗਰਸ ਦਾ, ਇਹਦਾ ਮਤਲਬ ਕੀ ਹੈ, ਇਹਦੇ ਮੀਨਿੰਗ ਕੀ ਨੇ, ਇਹਦੇ ਅਰਥ ਕੀ ਨੇ, ਔਰ ਇਹਦੀ ਜਿਹੜੀ ਡੂੰਘਾਈ ਹੈ, ਜਿਹੜੀ ਡੈਫਥ ਹੈ ਉਹ ਕੀ ਹੈ। ਤੋ ਉਹ ਤੁਸੀਂ ਸਾਨੂੰ ਸਮਝਾਇਆ, ਸਾਡੇ ਸੁਣਨ ਵਾਲਿਆਂ ਨੂੰ ਸਮਝਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। नहीं देखो ये है कि एक अल्टरनेटिव प्रोग्राम सामने आया, क्लियर कट अल्टरनेटिव। ਜੀ ਜੀ, ਬਹੁਤ ਸ਼ੁਕਰੀਆ। ਜਿਹੜਾ ਜੀ ਕੰਟੀਨਿਊਇੰਗ ਸਿਸਟਮ ਹੈ ਸਾਡਾ, ਜੀ ਜੀ, ਉਹਨੂੰ ਐਂਡੋਰਸ ਨਹੀਂ ਕੀਤਾ ਗਿਆ, ਉਹਦੇ ਹਾਂ। ਵਿੱਚ ਡਾਇਸੈਂਟ ਵੀ ਹੈ। ਹਾਂ। ਜੋ ਵਰਕਿੰਗ ਤੋ ਜੇ ਤੱਕ ਤੋ ਰਹੀ ਹੈ ruling ਸਾਨੂੰ party ਇੱਕ ਦੀ, ਸਾਨੂੰ ਇੱਕ ਉਹਦਾ ਇੱਕ ਰਾਜਨੀਤੀ ਦੇ ਵਿੱਚ alternative ਜੀ ਰਾਜਨੀਤੀ ਦੇ ਵਿੱਚ ਇੱਕ ਡਾਇਲੌਗ ਜਿਹੜਾ ਹੈ ਉਹਦੀ ਵੀ ਗੁੰਜਾਇਸ਼ ਰੱਖੀ ਗਈ ਹੈ। ਇਹ ਬਹੁਤ ਮਹੱਤਵਪੂਰਨ ਹੈ ਬਿਲਕੁਲ। ਮੇਰਾ ਖਿਆਲ ਅੱਜ ਦੇ ਯੁੱਗ ਦੇ ਵਿੱਚ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸਾਡੇ ਦੇਸ਼ ਦੇ ਅੰਦਰ, ਜਿਸ ਤਰ੍ਹਾਂ ਦਾ ਸਿਆਸੀ ਬਿਲਕੁਲ। ਮਾਹੌਲ ਹੈ, ਉਸ ਸਿਆਸੀ ਮਾਹੌਲ ਦੇ ਵਿੱਚ ਕਾਫੀ ਸਾਰੇ ਇਸ ਤਰ੍ਹਾਂ ਦੇ ਮਾਮਲੇ, ਕਿਉਂਕਿ ਡਾਇਲੌਗ ਬੰਦ ਸੀ, ਪਿੱਛੇ ਜੇ ਬੈਨ ਸੀ, ਬਿਲਕੁਲ, ਔਰ ਬਿਲਕੁਲ। ਉਹਨੂੰ ਖੋਲ੍ਹਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ। ਸੋ ਸ਼ੁਕਰੀਆ ਸਰ, ਜੇ ਫਿਰ ਕਦੇ Thank you, ਸਾਨੂੰ ਟਾਈਮ thank ਦਿਓਗੇ, ਅੱਜ ਤੁਹਾਡੇ ਹਮੇਸ਼ਾ you, thank you, ਸ਼ੁਕਰਗੁਜ਼ਾਰ thank you। ਰਹਾਂਗੇ। ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਸੋ ਸਮਾਂ ਸਮਾਪਤ ਹੋ ਗਿਆ। ਤੁਸੀਂ ਬਣੇ ਰਹੋ ਸਾਂਝਾ ਟੀਵੀ ਨਾਲ। ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।